GTB ਇੰਸਟੀਚਿਊਟ ਆਫ ਹਾਇਰ ਸਟੱਡੀਜ਼ ਜੋ ਕਿ ਮਲਕੇ ਤੇ ਬਰਗਾੜੀ ਵਿਖੇ ਸਥਿਤ ਹੈ। ਇਹ ਇੰਸਟੀਚਿਊਟ ਬੱਚਿਆਂ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ। ਇੱਥੇ ਆਈਲੈਟਸ, ਸਪੋਕਨ ਇੰਗਲਿਸ਼, ਬੇਸਿਕ ਗ੍ਰਾਮਰ ਅਤੇ ਹੋਰ ਵੱਖ-ਵੱਖ ਤਰੀਕਿਆਂ ਨਾਲ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਗਾਈਡ ਕੀਤਾ ਜਾਂਦਾ ਹੈ। ਇੰਸਟੀਚਿਊਟ ਵਿਖੇ ਹਰ ਤਰੀਕੇ ਦੀ ਫੈਸਿਲਿਟੀ ਮੌਜੂਦ ਹੈ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇਸ ਸੰਬੰਧੀ ਇੱਕ ਰਿਪੋਰਟ। दर्शकों किन जाइए प्रदेश प्रोम तुहाडा स्वागत है। और अज असी आए हाँ GTB इंस्टीट्यूट, एक ऐसा अदारा जिहड़ा पिछले लंबे समय तो इस किंज जाइए प्रदेश को सफल बनाने दे विच, लोगों को एक नैटवर्क देने दे विच, उन्होंने पढ़ाने दे विच, उन्होंने आईलैट्स सिखा के परिपक्व करन दे विच साडी मुराद आ। साडे वीर जी दे नाल जिहड़े ये इंस्टीट्यूशनां दो जिहड़ा कि एक मल के आपां जिथे बैठे हैगे आ इस दे विच और एक बरगाड़ी अपने जिहड़ियां सेवावां दे रहे ने। वीर जी तुहाडा स्वागत है साडे स्पैशल शो च। सत श्री अकाल जी, धन्नवाद बहुत बहुत तुहाडा भी। वीर जी किस तरीके दे नाल जो तुसीं विद्या दा दान दे रहे सीगे और अपने स्टडी दे विच पूरे परिपक्व सीगे, ट्रिपल BEd करन तो बाद दे विच किवें इस फील्ड च आए, की तुहाडे मन च आया कि जिहड़ा बाहर जांदा कवैत आ वो बहुत ज़्यादा वध चुक्या है और बच्चे जिहड़े हैगे आ वो अनभोल ने, बच्चे जिहड़े हैगे आ उन्होंने इनोसेंट ने, उन्होंने पता नहीं लगदा गा भी किवें असीं जाइए। 2007 ਜਦੋਂ कि ये चीज़ां ਜਿਹੜੀਆਂ ਹੈਗੀਆਂ ਬੜੀਆਂ ਹੀ ਨਵੀਆਂ ਸੀਗੀਆਂ और कोई टावा टिल्ला बंदा ਜਿਹੜਾ ਹੈਗਾ ਬਾਹਰ ਜਾਂਦਾ ਸੀ। ਅੱਜ ਅਸੀਂ ਦੇਖ ਸਕਦੇ ਹਾਂ ਕਿ ਹਰ ਘਰ ਦਾ ਇੱਕ ਮੈਂਬਰ ਜਿਹੜਾ ਹੈਗਾ ਉਹਨਾਂ ਦੀ ਕਵਾਇਦ ਹੈ ਕਿ ਅਸੀਂ ਬਾਹਰ ਜਾਈਏ। ਲੇਕਿਨ ਜਿਸ ਟਾਈਮ ਤੇ ਤੁਸੀਂ ਸ਼ੁਰੂ ਕੀਤਾ 2007 ਦਾ ਜਿਹੜਾ ਸਮਾਂ, ਜਿਸ ਟਾਈਮ ਤੇ ਤੁਸੀਂ ਇਸ ਫੀਲਡ 'ਚ ਆਏ, ਕਿਵੇਂ ਆਏ, ਕਿਵੇਂ ਐਜੂਕੇਸ਼ਨ ਤੋਂ ਤੁਸੀਂ ਇਸ ਵੱਲ ਮੋਲਡ ਹੋਏ ਔਰ ਕਿਵੇਂ ਇਹ ਵਿਦਿਆ ਨੂੰ ਇਹਨੂੰ ਦਾਨ ਸਮਝ ਕੇ ਜਿਹੜਾ ਹੈਗਾ ਸੇਵਾਵਾਂ ਜਿਹੜੀਆਂ ਪਿੰਡ 'ਚ ਦੇਣੀਆਂ ਸ਼ੁਰੂ ਕੀਤੀਆਂ? एक्चुअली गर्ग साहब 2007 ਦੇ ਵਿੱਚ ਮੈਂ ਖੁਦ IELTS ਦਾ ਜਿਹੜਾ ਐਗਜ਼ਾਮ ਦਿੱਤਾ ਸੀ। ਐਟ ਦੈਟ ਟਾਈਮ ਆਈ ਗੋਟ 7.5। ਉਸ ਤੋਂ ਬਾਅਦ 2014 ਦੇ ਵਿੱਚ ਜਿਹੜਾ ਕਿ ਮੈਂ ਸਕੂਲ ਨੂੰ ਛੱਡ ਕੇ ਆਪਦਾ ਇੱਕ ਇੰਸਟੀਚਿਊਟ ਓਪਨ ਕੀਤਾ ਸੀ। ਪਰ ਜਿਵੇਂ ਇੱਕ ਟ੍ਰੈਂਡ ਹੈ ਜ਼ਿਆਦਾਤਰ ਵੀ ਸ਼ਹਿਰਾਂ ਦੇ ਵਿੱਚ ਓਪਨ ਹੋ ਰਿਹਾ ਇੰਸਟੀਚਿਊਟ, ਤਾਂ ਮੇਰਾ ਇੱਕ ਸੁਪਨਾ ਸੀ, ਮੈਨੂੰ ਲੱਗਿਆ ਵੀ ਕਿ ਜੇਕਰ ਅੱਛੀ ਕੁਆਲਿਟੀਜ਼ ਦੇਵਾਂਗੇ ਤਾਂ ਕਿਉਂ ਨਾ ਜਿਹੜੇ ਸਟੂਡੈਂਟਸ ਸ਼ਹਿਰਾਂ ਨੂੰ ਜਾਂਦੇ ਆ, ਵੱਡੇ ਵੱਡੇ ਸ਼ਹਿਰਾਂ ਨੂੰ ਜਾਂਦੇ ਆ, ਤੇ ਪਿੰਡ 'ਚ ਕਿਉਂ ਨਹੀਂ ਰੁਕ ਸਕਦੇ। ਤੇ ਹੋਇਆ ਵੀ ਇੱਦਾਂ। ਬੱਚਿਆਂ ਨੂੰ ਜਿਹੜੀਆਂ ਕੁਆਲਿਟੀਜ਼ ਦਿੱਤੀਆਂ ਗਈਆਂ, ਬੱਚਿਆਂ ਨੂੰ ਦੱਸਿਆ ਗਿਆ ਜਿਹੜਾ ਹੈਗਾ ਤੁਸੀਂ ਰੀਡਿੰਗ ਕਿੱਦਾਂ ਕਰਨੀ ਹੈ, ਹਾਊ ਯੂ ਕੈਨ ਗੈਟ ਗੁੱਡ ਸਕੋਰ ਇਨ ਰਾਈਟਿੰਗ, ਹਾਊ ਯੂ ਕੈਨ ਗੈਟ ਗੁੱਡ ਸਕੋਰ ਇਨ ਸਪੀਕਿੰਗ ਆਲਸੋ। ਸੈਕੰਡਲੀ ਗੱਲ ਇਹ ਹੈ ਵੀ ਮੈਂ ਜਿਹੜੇ ਇੱਥੇ ਟੀਚਰਸ ਹੈਗੇ ਸਾਡੇ, ਮੈਂ ਕਦੇ ਮੇਬੀ ਮੈਂ ਕੋਈ 7 ਬੈਂਡ ਤੋਂ ਘੱਟ ਵਾਲਾ ਟੀਚਰ ਰੱਖਿਆ ਹੀ ਨਹੀਂ ਜਿਹਦਾ ਅੱਛਾ ਸਕੋਰ ਆਉਂਦਾ ਔਰ ਟੀਚਰ ਦਾ ਕੌਨਫੀਡੈਂਸ ਲੈਵਲ ਕੀ ਹੈ, ਉਹ ਪੜ੍ਹਾ ਸਕਦਾ ਬੱਚੇ ਨੂੰ ਔਰ ਕਿੰਨੇ ਕੁ ਅੱਛੇ ਢੰਗ ਨਾਲ ਪੜ੍ਹਾ ਰਿਹਾ, ਇਹ ਚੀਜ਼ ਨੋਟ। ਔਰ ਸੈਕੰਡਲੀ ਜਿਹੜੀ ਹੈਗੀ ਇੱਕ ਜਿਵੇਂ ਮੈਂ ਪ੍ਰੋਗਰਾਮ ਅਟੈਂਡ ਕੀਤੇ ਆ IDP ਦੇ ਔਰ BC ਦੇ ਪ੍ਰੋਗਰਾਮਸ ਦਾ ਨਾਮ ਹੈਗਾ ਟ੍ਰੇਨ ਦਾ ਟ੍ਰੇਨਰਸ। ਜਦੋਂ ਵੀ ਕੋਈ ਟੀਚਰ ਮੈਂ ਇੱਥੇ ਅਪੁਆਇੰਟ ਕਰਦਾ ਜੀ, ਉਸ ਤੋਂ ਪਹਿਲਾਂ ਉਹਨੂੰ 2 ਤੋਂ 3 ਦਿਨ ਜਿਹੜਾ ਹੈਗਾ ਟ੍ਰੇਨ ਦਾ ਟ੍ਰੇਨਰਸ ਪ੍ਰੋਗਰਾਮ 'ਚ ਜੋ ਅਸੀਂ ਕੁਛ ਸਿੱਖਿਆ ਵਾ ਉਹਨੂੰ ਦੱਸਿਆ ਜਾਂਦਾ। ਇਸ ਵੇ ਨਾਲ ਕਿ ਇਹ ਟੀਚਰਸ ਨੂੰ ਪਤਾ ਲੱਗਦਾ ਹਾਊ ਟੂ ਟੀਚ ਟੂ ਦ ਸਟੂਡੈਂਟਸ ਐਂਡ ਹਾਊ ਦੇ ਕੈਨ ਸੋਲਵ ਦ ਪ੍ਰੋਬਲਮ ਆਫ देयर स्टूडेंट्स इन क्लास in a better way. Mr. as you started your journey और जो ਤੁਹਾਡੇ ਮਾਈਂਡ ਦੇ ਵਿੱਚ ਸੀਗਾ ਕਿ ਪਹਿਲਾਂ ਟੀਚਰਾਂ ਨੂੰ ਇਸ ਚੀਜ਼ ਦੇ ਨਾਲ ਜੋੜਨਾ ਔਰ ਉਸ ਤੋਂ ਬਾਅਦ ਕਾਉਂਸਲਿੰਗ ਕਰਨੀ ਕਿ ਇਹ ਜਿਹੜੇ ਪਿੰਡਾਂ ਦੇ ਲੋਕ ਨੇ, ਪਿੰਡਾਂ ਦੇ ਬੱਚੇ ਆਉਂਦੇ ਨੇ, ਇਹਨਾਂ ਦੀ ਬਹੁਤ ਆਰਥਿਕ ਜਿਹੜੀ ਸਥਿਤੀ ਆ ਉਹ ਜ਼ਿਆਦਾ ਵਧੀਆ ਨਹੀਂ ਹੁੰਦੀ ਔਰ ਕਿਉਂਕਿ ਉਹ ਕੋਈ ਬਹੁਤ ਜ਼ਿਆਦਾ ਜਿਹੜੇ ਬੱਚੇ ਹੈਗੇ ਆ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਚੋਂ ਆਉਂਦੇ ਨੇ, ਉਹਨਾਂ ਦਾ ਇੰਗਲਿਸ਼ ਦਾ ਲੈਵਲ ਔਰ ਬਹੁਤ ਹੀ ਮਤਲਬ ਉਹਨਾਂ ਬੱਚਿਆਂ ਨੂੰ ਲੋੜ ਹੁੰਦੀ ਆ। ਪਹਿਲਾਂ ਗੱਲ ਉਹਨਾਂ ਦੀ ਬੋਡੀ ਲੈਂਗੁਏਜ ਕਿਵੇਂ ਵੀਰ ਜੀ ਤੁਸੀਂ ਆਪਣੇ ਪਿੰਡ ਨੂੰ, ਇਸ ਮਲਕੇ ਪਿੰਡ ਦੇ
ਕਿੰਨੇ ਕੁ ਬੱਚਿਆਂ ਨੂੰ ਤੁਸੀਂ ਅੱਜ ਤੱਕ ਬਾਹਰ ਭੇਜ ਚੁੱਕੇ ਹੋ ਔਰ ਕਿੰਨੇ ਕੁ ਨੂੰ ਜਿਹੜੇ ਵਧੀਆ ਸਕੋਰ ਦਿਵਾਉਣ ਦੇ ਵਿੱਚ ਕਾਮਯਾਬ ਹੋਏ ਹੋ? ਅੱਜ ਤੁਹਾਡੇ ਬੱਚੇ ਮੇਰਾ ਖਿਆਲ ਆ ਬਹੁਤ ਜਗ੍ਹਾ ਤੇ ਆਪਣੇ ਇੰਸਟੀਟਿਊਸ਼ਨਸ ਖੋਲ ਕੇ ਵੀ ਬੈਠੇ ਹੋਏ ਨੇ, ਕੀ ਕਹਿਣਾ ਚਾਹੋਗੇ? ਦੇਖੋ ਜੀ, ਜੇ ਗਿਣਤੀ ਦੀ ਗੱਲ ਕਰੀਏ ਤਾਂ ਮੈਨੂੰ ਗਿਣਤੀ ਤਾਂ ਨਹੀਂ ਮੈਂ ਕਹਿ ਸਕਦਾ, ਕਾਫੀ ਬੱਚੇ ਜਾ ਚੁੱਕੇ ਮੇਰੇ ਪਿੰਡ ਤੋਂ ਵੀ। ਔਰ ਮਲਕੇ ਔਰ ਬਰਗਾੜੀ ਮੇਰੇ ਕੋਲ ਜਿਹੜਾ ਹੈਗਾ ਨੀਅਰ ਅਬਾਊਟ 25 ਜਾਂ 26 ਪਿੰਡਾਂ ਤੋਂ ਬੱਚੇ ਆਉਂਦੇ ਆ। ਰਹੀ ਗੱਲ ਜਿਹੜੀ ਪਿੰਡਾਂ ਦੇ ਬੱਚਿਆਂ ਦੀ, ਇਹ 'ਚ ਕੋਈ ਦੋ ਰਾਹ ਨਹੀਂ ਹੈਗੀ ਜੀ ਵੀ ਜਿਹੜੀ ਪਿੰਡਾਂ ਦੇ ਬੱਚਿਆਂ ਦੀ ਜਿਹੜੀ ਵੋਕੈਬ ਉਹ ਜ਼ਿਆਦਾ ਅੱਛੀ ਨਹੀਂ ਹੁੰਦੀ ਬਿਕੋਜ਼ ਆਫ ਉਹ ਜਿਹੜੇ ਪੜ੍ਹੇ ਸਰਕਾਰੀ ਸਕੂਲਾਂ ਦੇ ਵਿੱਚ ਨੇ। ਬਟ ਫਿਰ ਵੀ ਬਹੁਤ ਬੱਚੇ ਇੱਦਾਂ ਦੇ ਹੈਗੇ ਜਿਹਨਾਂ ਨੇ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਅੱਛਾ ਬੈਂਡ ਸਕੋਰ ਕੀਤਾ। ਔਰ ਆਰਥਿਕ ਜਿਹੜੀ ਹਾਲਤ ਦੀ ਗੱਲ ਹੈ ਜੀ, ਦੇਖੋ ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਦੇਖਦਾ ਹੁੰਦਾ ਵੀ ਜੇਕਰ ਬੱਚਾ ਘਰੋਂ ਕਮਜ਼ੋਰ ਹੈ ਤੇ ਬੱਚਾ ਇੰਟੈਲੀਜੈਂਟ ਹੈ ਪੜ੍ਹਨ ਦੇ ਵਿੱਚ, ਮੈਨੂੰ ਚਾਹੇ ਉਹ 50% ਫੀਸ ਦੇਵੇ ਚਾਹੇ 40% ਫੀਸ ਦੇਵੇ, ਮੈਂ ਉਹਨੂੰ ਪੜ੍ਹਾ ਦਿੰਦਾ ਜੀ। ਔਰ 5-7 ਕੇਸ ਮੇਰੇ ਪਿੰਡ ਦੇ ਇਦਾਂ ਦੇ ਹੈਗੇ ਜਿਹੜੇ ਬੱਚੇ SC ਕਾਸਟ ਨੂੰ ਜਿਹੜੇ ਬਿਲੋਂਗ ਕਰਦੇ ਸੀਗੇ ਔਰ ਦੇ ਆਰ ਵੈਲ ਸੈਟਲਡ ਇਨ ਅਬਰੋਡ ਨਾਓ। ਵੀਰ ਜੀ, ਜਿਸ ਤਰੀਕੇ ਦੇ ਨਾਲ ਹੁਣ ਤੁਹਾਡਾ ਨੈਟਵਰਕ ਜਿਹੜਾ ਵੱਧ ਚੁੱਕਿਆ ਹੈਗਾ, ਧੀਰੇ ਧੀਰੇ ਇਹ ਜਿਹੜਾ ਤੁਹਾਡੀ ਕਵਾਇਦ ਹੈਗੀ ਆ ਉਹ ਅਸਮਾਨ ਨੂੰ ਛੂ ਰਹੀ ਹੈਗੀ ਆ, ਬਹੁਤ ਜ਼ਿਆਦਾ ਬੱਚੇ ਤੁਹਾਡੇ ਨਾਲ ਅਟੈਚ ਹੈ। ਉਹ ਤੁਹਾਡਾ ਬਾਹਰ ਵੀ ਇੰਨਾ ਨੈਟਵਰਕ ਬਣ ਚੁੱਕਿਆ ਹੈਗਾ ਕਿ ਬਾਹਰ ਵੀ ਅਗਰ ਤੁਸੀਂ ਜਦੋਂ ਵੀ ਜਿਹੜੇ ਜਾਂਦੇ ਬੱਚੇ ਇੱਥੋਂ ਜਾ ਕੇ ਇਕੱਲਾ ਇਹੀ ਨਹੀਂ ਹੈ ਕਿ ਉਹਨੂੰ ਵੀਜ਼ਾ ਲੱਗ ਗਿਆ ਚਲੇ ਗਏ, ਉੱਥੇ ਵੀ ਤੁਹਾਡੀ ਜਿਹੜੀ ਹੈਗੀ ਆ ਉਹਨਾਂ ਦੀ ਦੇਖ ਸੰਭਾਲ ਕਰਨ ਨੂੰ, ਕਿਉਂਕਿ ਤੁਹਾਡਾ ਜਿੰਨੇ ਵੀ ਬੱਚੇ ਬਾਹਰ ਗਏ ਨੇ ਤੁਹਾਡੇ ਨਾਲ ਇਨ ਟੱਚ ਨੇ, ਤੁਸੀਂ ਉਹਨਾਂ ਨਾਲ ਗਰੁੱਪਿੰਗ ਕਰ ਰਹੇ ਹੋ ਔਰ ਉਹਨਾਂ ਦੇ ਨਾਲ ਨਵੀਂ ਜਿਹੜੀਆਂ ਟੈਕਨੀਕਸ ਹੈਗਾ, ਨਵੇਂ ਰੂਲਸ ਹੈਗੇ ਆ, ਉਹ ਤੁਸੀਂ ਉਹਨਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹੋ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੋਸਟਲੀ ਵੈਸੇ ਤਾਂ ਗੱਲ ਇਹ ਹੈ ਜੀ, ਜਦੋਂ ਕੋਈ ਹੋਰ ਬੱਚਾ ਬਾਹਰ ਚਲਾ ਜਾਂਦਾ ਬੱਚੇ ਕੋਲ ਬਹੁਤਾ ਟਾਈਮ ਨਹੀਂ ਹੁੰਦਾ। ਬਟ ਜਦੋਂ ਵੀ ਕਿਸੇ ਬੱਚੇ ਦੀ ਕੋਈ ਕਾਲ ਆਉਂਦੀ ਹੈ ਰਿਗਾਰਡਿੰਗ ਦੇਅਰ ਕੋਰਸ, ਰਿਗਾਰਡਿੰਗ what they will have to do after completing the course or what kind of study they will have to do over there, ਤਾਂ ਮੈਂ ਕਦੇ ਹੈਜ਼ਿਟੇਟ ਫੀਲ ਨਹੀਂ ਕੀਤਾ ਜੀ ਉਹਦਾ ਫੋਨ ਸੁਣਨ ਦੇ ਵਿੱਚ। ਚਾਹੇ ਮੈਨੂੰ ਵੀਡੀਓ ਕਾਲ ਕਰਕੇ ਕੋਈ ਗੱਲ ਕਰਨੀ ਚਾਹਣ, ਚਾਹੇ ਮੈਨੂੰ WhatsApp ਤੇ ਕਾਲ ਕਰਨ, ਚਾਹੇ ਮੈਨੂੰ ਡਾਇਰੈਕਟ ਕਾਲ ਕਰਨ, ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਨੂੰ ਆਪਾਂ ਇੱਕ ਸਹੀ ਢੰਗ ਦੇ ਨਾਲ, ਜੇ ਮੈਂ ਕਿਤੇ ਸਹੀ ਢੰਗ ਦੇ ਨਾਲ ਗਾਈਡ ਨਹੀਂ ਕਰ ਸਕਦਾ ਮੈਂ ਗਲਤ ਨਹੀਂ ਕਰਦਾ। ਔਰ ਦੂਸਰੀ ਗੱਲ ਤੁਸੀਂ ਗੱਲ ਕੀਤੀ ਹੈ ਵੀ ਹੁਣ ਜਿਵੇਂ ਕਿ ਇੰਸਟੀਚਿਊਟ ਮੇਰਾ ਬਰਗਾੜੀ ਵੀ ਹੈ, ਪਰ ਮੈਂ ਹੋਰ ਕਿਤੇ ਨਹੀਂ ਸੋਚ ਰਿਹਾ ਜੀ ਖੋਲ੍ਹਣ ਨੂੰ, ਕਿਉਂਕਿ ਮੈਂ ਇਹ ਗੱਲ ਸੋਚਦਾ ਵੀ ਜੇ ਤੁਸੀਂ ਕੁਆਲਿਟੀ 'ਚ ਬਿਲੀਵ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਜਿਹੜਾ ਹੈਗਾ ਆਪਦੇ ਇੰਸਟੀਟਿਊਸ਼ਨ ਓਪਨ ਨਾ ਕਰੋ। ਵੀਰ ਜੀ, GTB ਜਿਹੜਾ ਇੱਕ ਨਾਮ ਬਣ ਚੁੱਕਿਆ ਹੈਗਾ ਔਰ ਲੋਕ ਤੁਹਾਨੂੰ ਫਰੈਂਚਾਈਜ਼ੀ ਲਈ ਹੁਣ ਬਹੁਤ ਜ਼ਿਆਦਾ ਕਹਿ ਰਹੇ ਹੈਗੇ ਆ। ਇਸ ਮੰਗ ਨੂੰ ਲੈ ਕੇ ਅਗਰ ਕੋਈ ਜਿਹੜੇ ਪੜ੍ਹੇ ਲਿਖੇ ਬੱਚੇ ਹੈਗੇ ਆ ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨਾਂ ਕੀਤੀਆਂ ਹੋਈਆਂ, ਅੱਜ ਅਭਾਵ ਹੈ ਬਹੁਤ ਜ਼ਿਆਦਾ ਸਰਵਿਸਿਜ਼ ਦਾ, ਬੜੇ ਪਰੇਸ਼ਾਨ ਆ ਲੋਕ। ਅਗਰ ਕਿਸੇ ਏਰੀਆ 'ਚੋਂ ਦੂਰੋਂ ਏਰੀਆ ਦੇ ਵਿੱਚ ਵੀ ਉਹ ਬੜੇ ਟੈਲੈਂਟਡ ਹੋਣ, ਇਮਾਨਦਾਰੀ ਨਾਲ ਕੰਮ ਕਰਨਾ ਚਾਹਣ, ਪਰ ਜਿਸ ਤਰੀਕੇ ਨਾਲ ਤੁਸੀਂ ਲੇਬਰ ਕਰਦੇ ਹੋ, ਮਿਹਨਤ ਕਰਦੇ ਹੋ, ਅੱਜ ਵੀ ਤੁਸੀਂ ਨਾਲ ਰਲ ਕੇ ਮਤਲਬ ਇੱਕ ਬੈਕਬੋਨ ਦੇ ਤੌਰ ਦੇ ਉੱਤੇ ਇੰਸਟੀਟਿਊਸ਼ਨ ਦੇ 'ਚੋਂ ਇਹ ਨਹੀਂ ਹੈ ਕਿ ਤੁਸੀਂ ਐਜ਼ ਏ MD ਬੈਠੇ ਹੋ, ਤੁਸੀਂ ਅੱਜ ਵੀ ਕਲਾਸਿਸ ਲੈਂਦੇ ਹੋ, ਆਪਣੇ ਬੱਚਿਆਂ ਨਾਲ ਇੰਟਰੈਕਸ਼ਨ ਕਰਦੇ ਹੋ, ਪੇਰੈਂਟਸ ਨਾਲ। ਔਰ ਪਿੰਡ 'ਚ ਬਹਿ ਕੇ ਸਭ ਤੋਂ ਵੱਡੀ ਗੱਲ ਇਹ ਹੈ ਵੀਰ ਜੀ ਵੀ ਪਿੰਡ 'ਚ ਬਹਿ ਕੇ ਆਪਣਾ ਇੰਸਟੀਟਿਊਸ਼ਨ ਖੋਲ੍ਹਣਾ ਇਟਸ ਵੈਰੀ ਡਿਫਿਕਲਟ, ਕਿਉਂਕਿ ਪਿੰਡ ਦੇ ਲੋਕਾਂ ਦਾ ਕੰਜ਼ਰਵੇਟਿਵ ਜਿਹੜਾ ਮਾਈਂਡ ਹੁੰਦਾ ਹੈਗਾ ਔਰ ਖਾਸ ਕਰਕੇ ਬਾਹਰ ਜਾਣ ਦੇ ਲਈ ਜਿਸ ਤਰੀਕੇ ਨਾਲ ਤੁਸੀਂ ਪ੍ਰੋਬਲਮ ਦਾ ਸਾਹਮਣਾ ਕਰਕੇ ਅੱਜ ਜਿਹੜੇ ਹੈਗੇ ਉਹਨਾਂ ਨੂੰ ਇਸ ਚੀਜ਼ ਉੱਤੇ ਰਾਜ਼ੀ ਕਰ ਲਿਆ ਵੀ ਨਹੀਂ ਇਹਨੇ ਬਾਈ ਨੇ ਸਾਡੇ ਪਿੰਡ ਦੇ ਮੁੰਡੇ ਨੇ ਵਧੀਆ ਕੰਮ ਕੀਤਾ, ਕੀ ਕਹਿਣਾ ਚਾਹੋ? ਆਮ ਤੌਰ ਤੇ ਆਪਾਂ ਸੁਣਦੇ ਹਾਂ, ਲਿਖਿਆ ਵੀ ਪੜ੍ਹਦੇ ਹਾਂ, ਨਥਿੰਗ ਇਜ਼ ਇੰਪੋਸੀਬਲ ਫॉर ਯੂ ਇਫ ਯੂ ਵਰਕ ਹਾਰਡ ਯੂ ਕੈਨ ਅਚੀਵ ਇਟ। ਦਿਮਾਗ 'ਚ ਮੇਰੇ ਇਹੀ ਗੱਲ ਸੀਗੀ ਜਿਹੜੀ ਮੈਂ ਤੁਹਾਨੂੰ ਸ਼ੁਰੂ 'ਚ ਦੱਸੀ ਹੈ ਜੀ ਵੀ ਜੇਕਰ ਬੱਚੇ ਪਿੰਡਾਂ ਤੋਂ ਸ਼ਹਿਰਾਂ ਜਾਂਦੇ ਆ, ਮੋਸਟਲੀ ਜਿਹੜੇ ਸ਼ਹਿਰਾਂ ਦੇ ਵਿੱਚ ਟੀਚਰ ਹੈ ਉਹ ਵੀ ਤਾਂ ਪਿੰਡਾਂ ਤੋਂ ਹੀ ਜਾਂਦੇ ਆ। ਔਰ ਜਿੱਥੋਂ ਤੱਕ ਰਹੀ ਹਾਰਡ ਵਰਕ ਦੀ ਗੱਲ ਜੀ, ਜਿੰਨਾ ਕੋਈ ਬੱਚੇ ਨੂੰ ਕਿਹੜੀ ਕਲਾਸ ਨੂੰ C1 ਆ, C2 ਆ, ਮੂਵਰਸ ਆ, ਟੋਡਲਰਸ ਆ, ਉਹਨਾਂ ਨੂੰ ਕਿਹੜਾ ਵਰਕ ਦੇਣਾ, ਉਹਨੂੰ ਰੀਡਿੰਗ ਦਾ ਜਿਹੜਾ ਹੈਗਾ ਐਨਾਲਿਸਿਸ ਕਿੱਦਾਂ ਕਰਾਉਣਾ, ਜਾਂ ਉਹਨੂੰ ਅੱਜ ਰਾਈਟਿੰਗ ਕਿਹੜੀ ਦੇਣੀ ਹੈ, ਜਿਹੜੇ ਫਰੈਸ਼ਰ ਨੂੰ ਕਿੱਦਾਂ ਜਿਹੜਾ ਹੈਗਾ ਸ਼ੁਰੂ ਕਰਨਾ, ਉਹ ਸਾਰਾ ਜਿਹੜਾ ਹੈਗਾ ਮੇਰੇ ਤੋਂ ਹੀ ਹੁੰਦਾ ਕੰਮ ਸ਼ੁਰੂ ਜੀ। ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਆਪਣਾ ਸਮਾਂ ਦਿੱਤਾ ਔਰ ਅਸੀਂ ਚਾਹਾਂਗੇ ਕਿ ਤੁਹਾਡੇ ਵਰਗੇ ਗਾਂਹ ਉਹਦੇ ਨੌਜਵਾਨ ਜਿਹੜੇ ਇਸ ਏਰੀਆ ਦੀ ਸ਼ਾਨ ਨੇ ਔਰ ਮਿਹਨਤ ਕਰ ਰਹੇ ਆਪਣੀ ਔਰ ਬੱਚਿਆਂ ਨੂੰ। ਸਾਨੂੰ ਜਾਂਦੇ ਲਾਸਟ ਸਾਡਾ ਕੁਐਸਚਨ ਹੈਗਾ ਕਿ ਆਈਲੈਟਸ ਦਾ ਇੱਕ ਹੋ ਗਿਆ ਨੈਟਵਰਕ ਉਹਨਾਂ ਨੂੰ ਬਾਹਰ ਜਾਣ ਦਾ, ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਲੋਕ ਅਸੈਪਟ ਕਰਨਗੇ? ਤੁਸੀਂ ਵੀਜ਼ਾਸ ਦੇ ਵਿੱਚ ਵੀ ਇਸ ਸੈਂਟਰ ਨੂੰ ਨਾਲ ਇਮੀਗ੍ਰੇਸ਼ਨ ਦੇ ਵੀ ਜੋੜੋਗੇ? ਦੇਖੋ ਜੀ, ਵੈਸੇ ਤਾਂ ਮੈਂ ਹੁਣ ਕੰਮ ਕਰ ਰਿਹਾ, ਮੇਰਾ ਜਿਹੜਾ ਹੈਗਾ ਕਜ਼ਨ ਹੈ ਉਹ ਕੰਮ ਕਰਦਾ, ਉਹਦੇ ਕੋਲ ਇਮੀਗ੍ਰੇਸ਼ਨ ਦਾ ਲਾਇਸੈਂਸ ਵੀ ਹੈਗਾ। ਬੱਚਿਆਂ ਨੂੰ ਮੈਂ ਜਿਹੜਾ ਗਾਈਡ ਜ਼ਰੂਰ ਕਰ ਦਿੰਦਾ ਕਿ ਬੱਚੇ ਨੇ ਕਿਸੇ ਨੇ ਪੁੱਛਣਾ ਹੋਵੇ ਵੀ ਕਿ ਮੈਨੂੰ ਸਰ ਮੇਰਾ ਆਹ ਬੈਂਡ ਸਕੋਰ ਹੈ, ਮੈਨੂੰ ਕਿਹੜੀ ਕੰਟਰੀ ਵਧੀਆ ਰਹੇਗੀ ਔਰ ਮੈਨੂੰ ਕਿਹੜਾ ਕੋਰਸ ਵਧੀਆ ਰਹੇਗਾ। ਔਰ ਜਿਹੜੀ ਇਮੀਗ੍ਰੇਸ਼ਨ ਦਾ ਕੰਮ ਹੈ ਉਹ ਮੇਰਾ ਕਜ਼ਨ ਹੀ ਕਰਦਾ ਜੀ। ਪਰ
ਮੈਂ ਇੱਕ ਸੰਦੇਸ਼ ਜ਼ਰੂਰ ਦੇਣਾ ਚਾਹੂੰਗਾ ਲੋਕਾਂ ਨੂੰ। ਆਈਲੈਟਸ ਸਿਰਫ ਬਾਹਰ ਜਾਣ ਦੇ ਲਈ ਨਹੀਂ ਹੈਗਾ। ਆਈਲੈਟਸ ਤਾਂ ਇੱਕ ਤੁਹਾਡਾ ਇੰਗਲਿਸ਼ ਦਾ ਲੈਵਲ ਚੈੱਕ ਕਰਨ ਦਾ ਜਿਹੜਾ ਹੈਗਾ ਜ਼ਰੀਆ। ਜਿਹੜੇ ਤੁਸੀਂ 4 ਮੋਡਿਊਲ ਹੈ, ਲਿਸਨਿੰਗ ਹੈ, ਰੀਡਿੰਗ, ਰਾਈਟਿੰਗ ਔਰ ਸਪੀਕਿੰਗ ਹੈ, ਤੁਸੀਂ ਆਪਦਾ ਲੈਵਲ ਚੈੱਕ ਕਰ ਸਕਦੇ ਹੋ ਇਹਦੇ ਥਰੂ। ਔਰ ਦੂਸਰੀ ਗੱਲ ਇਹ ਹੈ ਵੀ ਅੱਜ ਜੇਕਰ ਦੇਖੀਏ ਵੀ ਇੱਕ ਈਜ਼ੀ ਵੇ ਹੈ ਬਾਹਰ ਜਾਣ ਦਾ। ਇੱਕ ਟਾਈਮ ਸੀ ਜਦੋਂ ਲੋਕੀ 25 30 ਲੱਖ ਰੁਪਏ ਲਾ ਕੇ 2 ਨੰਬਰ ਜਾਂਦੇ ਸੀਗੇ, ਉੱਥੇ ਬਾਰਡਰ ਕ੍ਰਾਸ ਕਰਨਾ ਵੀ ਔਖਾ ਲੱਗਦਾ। ਬਟ ਅੱਜ ਦਾ ਜਿਹੜਾ ਬੱਚਾ ਉਹ ਸਿਰਫ 14,000 ਦੇ ਟੈਸਟ ਦੇ ਵਿੱਚ ਜੇਕਰ ਆਈਲੈਟਸ ਕਰਦਾ, ਕੁਛ ਥੋੜ੍ਹੀ ਬਹੁਤੀ ਇੰਸਟੀਟਿਊਸ਼ਨ ਦੀ ਫੀਸ ਹੁੰਦੀ ਆ, ਔਰ ਉਸ ਤੋਂ ਬਾਅਦ ਨੀਅਰ ਅਬਾਊਟ 11 ਤੋਂ 13 ਲੱਖ ਰੁਪਏ ਲਾ ਕੇ ਉਹ ਜਿਹਦੇ ਵਿੱਚ 1 ਸਾਲ ਦੀ ਫੀਸ ਹੁੰਦੀ ਹੈ, ਉਹ ਆਰਾਮ ਨਾਲ ਆਪਣੇ ਸੁਪਨੇ ਨੂੰ ਪੂਰੇ ਕਰ ਸਕਦਾ। ਥੈਂਕ ਯੂ। ਮੋਸਟ ਵੈਲਕਮ ਤੁਹਾਡਾ ਜੀ ਹੈ। ਜੀਟੀਬੀ ਇੰਸਟੀਚਿਊਟ ਜਿੱਥੇ ਤੁਸੀਂ ਆਪਣੀ ਸੋਨਾ ਦੇ ਰਹੇ ਹੋ ਆਈਲੈਟਸ ਤੇ ਔਰ ਦੇਖ ਰਹੇ ਕਿ ਰਾਈਟਿੰਗ ਦੇ ਬਾਰੇ ਬੱਚਿਆਂ ਨੂੰ ਦੱਸ ਰਹੇ ਹੋ, ਬੜੇ ਸਿੰਪਲਿਸਿਟੀ ਦੇ ਨਾਲ, ਬੜੇ ਸਿੰਪਲ ਢੰਗ ਦੇ ਨਾਲ ਤੁਸੀਂ ਬੱਚਿਆਂ ਨੂੰ ਸਟਾਰਟ ਕਰਾਉਂਦੇ ਹੋ ਔਰ ਧੀਰੇ ਧੀਰੇ ਉਹਨਾਂ ਨੂੰ ਮਤਲਬ ਉਹ ਚੀਜ਼ਾਂ ਜਿਹੜੀਆਂ ਬੜੀਆਂ ਟੈਨਸ਼ਨ ਵਾਲੀਆਂ ਉਹਨਾਂ ਨੂੰ ਲੱਗਦੀਆਂ ਹੁੰਦੀਆਂ ਕਿ ਰਾਈਟਿੰਗ ਕਰਨਾ ਬੜਾ ਔਖਾ ਯਾਰ, ਬੜਾ ਰੀਡਿੰਗ ਦਾ, ਬੜਾ ਸਪੀਕਿੰਗ ਦਾ ਬੜਾ ਔਖਾ, ਉਹਨਾਂ ਚੀਜ਼ਾਂ ਦੇ ਉਹਨਾਂ ਦਾ ਜੀ ਕਰਨ ਲੱਗ ਜਾਂਦਾ ਬਾਅਦ ਦੇ ਵਿੱਚ। ਕਿਵੇਂ ਤੁਸੀਂ ਉਹਨਾਂ ਦੇ ਵਿੱਚ ਇਹ ਭਾਵਨਾ ਪੈਦਾ ਕਰਦੇ ਹੋ ਔਰ ਕਿਵੇਂ ਉਹਨਾਂ ਨੂੰ ਮੋਲਡ ਕਰਦੇ ਹੋ? ਓਕੇ ਸਰ, ਮੈਥਡਸ ਆ ਦੇਖੋ, ਜਿੱਦਾਂ ਅਲੱਗ-ਅਲੱਗ ਵੇ ਦੇ ਨਾਲ, ਮੈਥਡਸ ਦੇ ਨਾਲ ਸਿੰਪਲੀ ਐਂਡ ਈਜ਼ੀਲੀ ਵੇ ਦੇ ਨਾਲ ਉਹਨਾਂ ਨੂੰ ਸਮਝਾਇਆ ਜਾਂਦਾ ਇੱਥੇ ਬਿਲਕੁਲ। ਐਂਡ ਹਰੇਕ ਵੇ ਨੂੰ ਫੋਲੋ ਕਰਦੇ ਆ ਬੱਚੇ। ਜਿੱਦਾਂ ਟਾਸਕ ਵੇ 1 ਬਾਰੇ ਜਾਂ ਟਾਸਕ 2 ਬਾਰੇ ਆਪਾਂ ਜਿੱਦਾਂ ਵੀ ਸਟੇਟਮੈਂਟਸ ਇਹਨਾਂ ਨੂੰ ਇਲੈਬੋਰੇਟ ਕਰਦੀਆਂ, ਫੋਲੋ ਕਰਦੇ ਆ ਹਰੇਕ ਚੀਜ਼ ਨੂੰ ਮੈਨੂੰ। ਐਂਡ ਇਹਨਾਂ ਨੂੰ ਮਤਲਬ ਈਜ਼ੀ ਵੇ ਦੇ ਨਾਲ ਬਲੈਕ ਬੋਰਡ ਤੇ ਵਾਈਟ ਬੋਰਡ ਉੱਪਰ ਮੈਂ ਇਹਨਾਂ ਨੂੰ ਹਰੇਕ ਚੀਜ਼ ਸਮਝਾਉਣੀ ਆ ਐਂਡ ਇਸੇ ਵੇ ਨਾਲ ਹੀ ਸਮਝਦੇ ਐਂਡ ਕਰਦੇ। ਔਰ ਜਿਸ ਤਰੀਕੇ ਦੇ ਨਾਲ ਤੁਹਾਡੇ ਜਿਹੜੇ ਡਾਇਰੈਕਟਰ ਨੇ ਉਹਨਾਂ ਦਾ ਇਹ ਮਾਈਂਡ ਹੈ ਕਿ ਅਸੀਂ ਬੱਚਿਆਂ ਨੂੰ ਵਿੱਦਿਆ ਦਾ ਦਾਨ ਦੇਣਾ ਹੈਗਾ। ਜਿਹੜੇ ਬੱਚੇ ਸਾਡੇ ਪਰਮਿਸ਼ਨ 'ਚ ਆ ਗਏ ਉਹ ਤੁਹਾਨੂੰ ਰੋਜ਼ ਕਾਉਂਸਲਿੰਗ ਕਰਦੇ ਹੈਗੇ ਵੀ ਆਪਣੇ ਬੱਚੇ ਆ ਜਿਹੜੇ, ਇਹਨਾਂ ਨੂੰ ਕੋਈ ਵੀ ਚੀਜ਼ ਦੀ ਡਿਫਿਕਲਟੀ ਆ ਜਾਵੇ, ਕੋਈ ਇਹਨਾਂ ਨੂੰ ਨਹੀਂ ਵੀ ਚੀਜ਼ ਸਮਝ ਆਵੇ, ਕਿ ਬਾਉਂਸਰ ਨਹੀਂ ਕਿ ਵੀ ਤੁਸੀਂ ਇੰਗਲਿਸ਼ 'ਚ ਆਪਦਾ ਲੈਕਚਰ ਦਿੱਤਾ ਐਂਡ ਯੂ ਗੋ, ਇੱਦਾਂ ਦੀ ਨਹੀਂ, ਬਲਕਿ ਉਹਨਾਂ ਨੂੰ ਇੰਗਲਿਸ਼ ਨੂੰ ਵੀ ਆਪਾਂ ਇਹਨੂੰ ਪੰਜਾਬੀ ਹਿੰਦੀ ਵਾਂਗੂ ਪੜ੍ਹਾਉਣਾ ਜਿਹਦੇ ਨਾਲ ਉਹਨੂੰ ਸਵਾਦ ਆਵੇ। ਇਹਨਾਂ ਡੈਫੀਨੇਟਲੀ ਸਰ ਮਤਲਬ ਇਹ ਚੀਜ਼ ਨਹੀਂ ਹੈਗੀ ਆਪਾਂ ਹਰੇਕ ਚੀਜ਼ ਨੂੰ ਇੰਗਲਿਸ਼ ਦੇ ਵਿੱਚ ਹੀ, ਮੋਸਟ ਆਫ ਰੂਰਲ ਆ ਸਾਰੇ ਸਟੂਡੈਂਟ ਆਪਾਂ ਨੂੰ ਪਤਾ ਹੈ ਨਾ, ਦੈਨ ਕਈ ਚੀਜ਼ ਦੀ ਨਹੀਂ ਸਮਝ ਆਉਂਦੀ ਕਈ ਵਾਰੀ ਕਿਸੇ ਗੱਲ ਦੀ, ਦੈਨ ਇਹ ਨਹੀਂ ਹੈਗਾ ਇਹਨਾਂ ਨੂੰ ਮਤਲਬ ਕੰਪਲਸਰੀ ਕੀਤੀ ਜਾਂਦੀ ਹੈ ਜਿਸ ਕਿ ਹਾਂ ਵੀ ਇਸ ਚੀਜ਼ ਨੂੰ ਤੁਸੀਂ ਇੰਗਲਿਸ਼ ਦੇ ਵਿੱਚ ਹੀ ਕਰਨਾ ਜਾਂ ਕਿੱਦਾਂ ਕਰਨਾ। ਹਰੇਕ ਚੀਜ਼ ਦੀ ਕਨਵਰਟਿੰਗ ਕੀਤੀ ਜਾਂਦੀ ਹੈ ਪੰਜਾਬੀ ਦੇ ਵਿੱਚ, ਨਹੀਂ ਬੱਚਿਆਂ ਨੂੰ ਸਮਝ ਆਉਂਦੀ ਸਮਝਾਇਆ ਜਾਂਦਾ ਉਹਨਾਂ ਨੂੰ, ਹਰੇਕ ਚੀਜ਼ ਨੂੰ ਇਲੈਬੋਰੇਟ ਕੀਤਾ ਜਾਂਦਾ ਪੰਜਾਬੀ ਦੇ ਵਿੱਚ। ਐਂਡ ਰਿਜ਼ਲਟ ਬਹੁਤ ਗੁੱਡ ਆ ਰਿਹਾ ਕਿਉਂਕਿ ਹਰੇਕ ਚੀਜ਼ ਨੂੰ ਫੋਲੋ ਕਰਦੇ ਆ, ਹਰੇਕ ਮੈਥਡ ਨੂੰ ਫੋਲੋ ਕਰਦੇ ਆ ਬੱਚੇ ਜਿੱਦਾਂ ਸਮਝਾਇਆ। ਬਹੁਤ ਵਧੀਆ ਲੱਗ ਰਿਹਾ। ਵੈਸੇ ਮੈਂ ਹਜੇ 2 ਦਿਨ ਹੋਏ ਜੁਆਇਨ ਕੀਤੇ ਨੂੰ, ਪਰ ਮੈਨੂੰ ਬਹੁਤ ਵਧੀਆ ਲੱਗ 2 ਦਿਨਾਂ 'ਚ ਹੀ ਤੁਹਾਨੂੰ ਲੱਗਦਾ ਕਿ ਜਿਹੜਾ ਨਾਮ ਜੀਟੀਬੀ ਦਾ ਸੁਣਿਆ ਸੀ ਉਹ ਹੈਗਾ? ਰਿਹਾ। ਹਾਂਜੀ, ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ। ਮਤਲਬ ਮੈਂ ਪਹਿਲਾਂ ਵੀ ਆਈਲੈਟਸ ਕੀਤਾ ਸੀ, ਉਹਦੇ ਨਾਲ ਬਹੁਤ ਫਰਕ ਲੱਗ ਰਿਹਾ। ਤੁਹਾਨੂੰ ਪੜ੍ਹ ਕੇ ਔਰ ਜਿਸ ਤਰੀਕੇ ਦੇ ਨਾਲ ਇੱਥੇ ਸਿਕਿਉਰਿਟੀ ਦਾ ਅਰੇਂਜਮੈਂਟ ਹੈ ਔਰ ਕੈਮਰਾਜ਼ ਲੱਗੇ ਹੋਏ ਨੇ, ਮਾਂ-ਬਾਪ ਨੂੰ ਕਿੰਨਾ ਕੁ ਵਧੀਆ ਲੱਗਦਾ? ਬਹੁਤ ਵਧੀਆ ਲੱਗਦਾ। ਜਿੱਦਾਂ ਪਹਿਲਾਂ ਤੁਹਾਡੀ ਬਾਡੀ ਲੈਂਗੁਏਜ ਜਦੋਂ ਤੁਸੀਂ ਕਰਨਾ ਸੀ ਆਈਲੈਟਸ, ਉਦੋਂ ਥੋੜਾ ਜਿਹਾ ਲੱਗਦਾ ਪਤਾ ਨਹੀਂ ਆਈਲੈਟਸ ਕਿਹੋ ਜਿਹਾ ਹੋਊਗਾ, ਕਿੱਦਾਂ ਹੋਊਗਾ, ਪਰ ਹੁਣ ਹੌਲੀ ਹੌਲੀ ਜਦੋਂ ਜਿਵੇਂ ਸਮਝ ਆਉਣ ਲੱਗ ਗਿਆ ਤੇ ਲੱਗ ਰਿਹਾ ਵੀ ਜਹਾਜ਼ ਜਿਹੜੇ ਨੇੜੇ ਆਏ। ਹਾਂਜੀ ਸਰ, ਇੱਥੇ ਵਧੀਆ ਗੁੱਡ ਵੇ ਨਾਲ ਪੜ੍ਹਾਇਆ, ਸਾਨੂੰ ਵਧੀਆ ਦੱਸਿਆ ਜਾਂਦਾ, ਹਰ ਚੀਜ਼ ਦੀ ਸਮਝ ਆਉਂਦੀ ਹੈ। ਬੇਟਾ ਕਿੱਦਾਂ ਦਾ ਟ੍ਰੈਂਡ ਆ ਤੁਹਾਡੇ ਮੈਡਮਸ ਦਾ ਜਿਹੜੇ ਪੜ੍ਹਾਉਂਦੀ ਇੱਥੇ? ਹਾਂਜੀ, ਬਹੁਤ ਵਧੀਆ ਪੜਾਉਂਦੇ ਆ, ਹਰ ਚੀਜ਼ ਨੂੰ ਵਧੀਆ ਇਲੈਬੋਰੇਟ ਕਰਦੇ ਆ ਤੇ ਵਧੀਆ ਵੇ ਦੱਸਦੇ ਆ ਕਿੱਦਾਂ ਇੰਪਰੂਵ ਕਰਨਾ, ਤੇ ਮੇਰੀ ਬਹੁਤ ਇੰਪਰੂਵਮੈਂਟ ਵੀ ਹੋਈ ਆ। ਬੇਟਾ ਜਿਸ ਤਰੀਕੇ ਦੇ ਨਾਲ ਕੋਈ ਚੀਜ਼ ਨਹੀਂ ਵੀ ਸਮਝ ਆਉਂਦੀ ਤਾਂ ਵੀ ਟੀਚਰਸ ਜਿਹੜੇ ਹੈਗੇ ਤੁਹਾਡੇ ਨਾਲ ਮਤਲਬ ਤੁਹਾਨੂੰ ਸਮਝਾ ਦਿੰਦੇ ਆ, ਦੱਸ ਦਿੰਦੇ ਆ? ਹਾਂਜੀ, ਸਾਨੂੰ ਮੈਮ ਦੁਬਾਰਾ ਦੱਸ ਦਿੰਦੇ ਜੇ ਸਾਨੂੰ ਨਹੀਂ ਕੋਈ ਚੀਜ਼ ਸਮਝ ਆਉਂਦੀ, ਤੇ ਮੈਮ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਤੇ ਸਾਰੇ ਬੱਚੇ ਨੂੰ ਬਹੁਤ ਵਧੀਆ ਸਮਝ ਆਉਂਦੀ। ਬੇਟਾ ਪਰਸਨੈਲਿਟੀ ਡਿਵੈਲਪਮੈਂਟ 'ਚ ਕਿੰਨਾ ਕੁ ਫਰਕ ਆ ਗਿਆ? ਪਹਿਲਾਂ ਜਦੋਂ ਲੱਗੇ ਸੀਗੇ ਡਰ ਹੁੰਦਾ ਜਦੋਂ ਕਿਸੇ ਚੀਜ਼ ਦਾ, ਹੁਣ ਹੌਲੀ ਹੌਲੀ ਜਿਵੇਂ ਡਰ ਲਈ ਜਾਂਦਾ ਤੇ ਆਉਣ ਲੱਗਦਾ ਵੀ ਹੌਸਲਾ ਹੀ ਆ ਗਿਆ ਪੂਰਾ? ਹਾਂਜੀ, ਹੁਣ ਤਾਂ ਲੱਗਦਾ ਵੀ ਹੌਸਲਾ ਆ ਗਿਆ, ਵੀ ਮਤਲਬ ਇੱਦਾਂ ਲੱਗਦਾ ਵੀ ਬਹੁਤ ਛੇਤੀ ਅਸੀਂ ਬੈਂਡ ਸਕੋਰ ਗੈਟ ਕਰਕੇ ਕੈਨੇਡਾ ਪਹੁੰਚਾਂਗੇ। ਬੇਟਾ ਕਿੱਦਾਂ ਲੱਗ ਰਿਹਾ ਤੁਹਾਨੂੰ ਪੜ੍ਹ ਕੇ? ਬਹੁਤ ਵਧੀਆ, ਐਕਸਟੈਟਿਕ ਮੂਵਮੈਂਟ ਆ ਇੱਕ ਤਰ੍ਹਾਂ ਦਾ, ਬਿਕਾਜ਼ ਮੈਨੂੰ ਸ਼ੁਰੂ ਤੋਂ ਹੀ ਸੀਗਾ ਕਿ ਆਈ ਵਾਂਟ ਟੂ ਡੂ ਆਈਲਟਸ ਐਂਡ ਮੈਂ ਹਜੇ 12th ਗ੍ਰੇਡ ਵਿੱਚ ਹਾਂ, ਬਟ ਮੈਨੂੰ ਸਰ ਨੇ ਫੋਰਸ ਕੀਤਾ ਸੀ ਦੈਟ ਯੂ ਸ਼ੁੱਡ ਡੂ ਆਈਲਟਸ ਇਨ ਦਿਸ ਪਰਟੀਕੂਲਰ ਗ੍ਰੇਡ, ਤਾਂ ਕਰਕੇ ਮੈਂ ਹੁਣ ਕੀਤਾ ਐਂਡ ਆਈ ਐਮ ਫੀਲਿੰਗ ਵੈਰੀ ਗੁੱਡ ਇਨ ਦਿਸ ਇੰਸਟੀਟਿਊਟ। ਉਹ ਤੁਹਾਨੂੰ ਲੱਗਦਾ ਕਿ ਅਗਰ ਆਪਾਂ ਕਿਸੇ ਵੀ ਡਿਗਰੀ ਲੈ ਲੈਂਦੇ ਆ, BSc BA ਜਾਂ ਕੋਈ ਪੜ੍ਹ ਲੈਂਦੇ ਅੱਗੇ ਪੜ੍ਹ ਲੈਂਦੇ ਆ, ਉਹਦੇ ਨਾਲੋਂ ਜ਼ਿਆਦਾ ਮਤਲਬ ਇਹਨੇ ਥੋੜੇ ਸਮੇਂ ਦੇ ਵਿੱਚ ਹੀ ਸਾਡੀ ਪਰਸਨੈਲਿਟੀ ਡਿਵੈਲਪਮੈਂਟ ਜਿਹੜੀ ਗਰੂਮਿੰਗ ਸਾਡੇ 'ਚ ਆ ਰਹੀ ਹੈ। ਐਕਚੁਅਲੀ ਇਹ ਚੀਜ਼ ਹੁੰਦੀ ਹੈ ਕਿ ਜੇ ਆਪਾਂ ਡਿਫਰੈਂਟ ਲੈਂਗੁਏਜਸ ਨੂੰ ਲਰਨ ਕਰਦੇ ਹਾਂ, ਆਪਣੀ ਪਰਸਨੈਲਿਟੀ ਓਵਰਆਲ ਗਰੋ ਹੀ ਹੁੰਦੀ ਹੈ। ਐਂਡ ਆਪਾਂ ਵੇਖਦੇ ਹਾਂ ਕਿ ਇੰਗਲਿਸ਼ ਇੱਕ ਇੰਟਰਨੈਸ਼ਨਲ ਲੈਂਗੁਏਜ ਆ, ਜੇ ਆਪਾਂ ਉਹਦੇ 'ਤੇ ਆਪਾਂ ਜ਼ੋਰ ਲਾਉਂਦੇ ਹਾਂ, ਆਪਾਂ ਉਹਨੂੰ ਸਟੱਡੀ ਕਰਦੇ ਹਾਂ ਐਂਡ ਜੇ ਆਪਾਂ ਉਹਨੂੰ ਇਨ ਡੈਪਥ ਨੌਲੇਜ ਲੈਂਦੇ ਹਾਂ ਤਾਂ ਆਪਣੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਜ਼ਰੂਰ ਹੁੰਦੀ ਹੈ। ਬੇਟਾ ਕਿੱਦਾਂ ਮਹਿਸੂਸ ਕਰਦੇ ਹੋ? ਵਧੀਆ, ਹੌਲੀ ਹੌਲੀ ਮਨ ਜਿਹਾ ਪੜ੍ਹਨ ਨੂੰ ਕਰਦਾ ਇੱਥੇ ਆ ਕੇ? ਜਿੱਦਾਂ ਪਹਿਲਾਂ ਕੋਈ ਇੰਗਲਿਸ਼ ਦੀ ਕਮੈਂਟਰੀ ਆਉਂਦੀ ਸੀ, ਕੋਈ ਹੋਰ ਸੀ, ਮੂੰਹ ਜਿਹਾ ਪਾਸੇ ਕਰ ਲੈਂਦੇ ਸੀ, ਹੁਣ ਜੀ ਕਰਦਾ ਕੰਨ ਹੀ ਲਾ ਲਈਏ?
ਅਸੀਂ ਇੱਥੇ ਰਹਿ ਕੇ ਬਹੁਤ ਵਧੀਆ ਮਹਿਸੂਸ ਕਰਾਂਗੇ ਕਿਉਂਕਿ ਜਦੋਂ ਅਸੀਂ ਪਹਿਲਾਂ ਵਾਲੇ ਇੰਸਟੀਚਿਊਟ 'ਚ ਪੜ੍ਹਦੇ ਸੀ ਤਾਂ ਸਾਨੂੰ ਲੱਗਦਾ ਸੀ ਅਸੀਂ ਆਈਲੈਟਸ ਨਹੀਂ ਕਰ ਪਾਵਾਂਗੇ, ਪਰ ਜਦੋਂ ਅਸੀਂ GTV ਇੰਸਟੀਚਿਊਟ 'ਚ ਆਏ ਤਾਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ। ਕਿੱਦਾਂ ਮਹਿਸੂਸ ਕਰਦਾ ਪੜ੍ਹ ਕੇ? ਸਭ ਬਹੁਤ ਵਧੀਆ ਲੱਗ ਰਿਹਾ। ਔਰ ਜਿਸ ਤਰੀਕੇ ਦੇ ਨਾਲ ਤੁਹਾਡੇ ਡਾਇਰੈਕਟਰ ਆ, ਟੀਚਰਸ ਹੈਗੇ ਆ, ਕਦੋਂ ਮਰਜ਼ੀ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਕੋਈ ਵੀ ਪ੍ਰੋਬਲਮ ਹੁੰਦੀ ਆ, ਅਗਰ ਤੁਹਾਨੂੰ ਕਿਸੇ ਲੈਵਲ ਦੇ ਮੈਡਮਸ ਦੇ ਨਾਲ ਨਹੀਂ ਵੀ ਇੰਟੈਂਗਲ, ਫਿਰ ਵੀ ਤੁਹਾਡੇ ਜਿਹੜੇ ਸਾਰੇ ਹੈਗੇ ਆ ਉਹਨਾਂ ਨਾਲ ਇੰਟੈਂਗਲ ਹੋ ਜਾਂਦੇ ਹੋ। ਹਾਂਜੀ, ਇੱਥੇ ਹੈਗਾ ਟੀਚਰਸ ਦੀ ਅਵੇਲੇਬਿਲਿਟੀ ਹੈਗੀ ਆ, ਆਪਾਂ ਕਿਸੇ ਵੀ ਟੀਚਰ ਤੋਂ ਸਮਝ ਸਕਦੇ ਹਾਂ। ਜੇ ਇੱਕ ਤੋਂ ਨਹੀਂ ਸਮਝ ਆਉਂਦਾ ਕਿਸੇ ਹੋਰ ਤੋਂ ਵੀ ਸਮਝ ਸਕਦੇ ਹਾਂ। ਹਰ ਚੀਜ਼ ਬਾਰੇ ਆਪਾਂ ਨੂੰ ਪੂਰੀ ਵਧੀਆ ਨੌਲੇਜ ਦਿੰਦੇ ਆ। ਜਿਹੜੀ ਵੀ ਚੀਜ਼ 'ਚ ਇੰਪਰੂਵਮੈਂਟ ਚਾਹੀਦੀ ਆ, ਐਕਸਟਰਾ ਟਾਈਮਿੰਗ ਵੀ ਲਗਾ ਸਕਦੇ ਆ। ਸੋ ਹਰੇਕ ਤਰੀਕੇ ਦੀ ਹੈਗੀ ਆ ਫੈਸਿਲਿਟੀਜ਼। ਆਈਲੈਟਸ ਇੱਕ ਐਸਾ ਨੈਟਵਰਕ ਹੈ, ਇਕੱਲਾ ਬਾਹਰ ਜਾਣ ਦਾ ਨਹੀਂ। ਜਿਸ ਤਰੀਕੇ ਦੇ ਨਾਲ ਆਈਲੈਟਸ ਦੇ ਨਾਲ ਤੁਹਾਡੇ ਵਿੱਚ ਚੇਂਜ ਆ ਰਹੀ ਆ, ਇੱਕ ਟਰਾਂਸਫੋਰਮੇਸ਼ਨ ਆ ਰਹੀ ਹੈਗੀ ਆ, ਲੱਗਦਾ ਕਿ ਆਈਲੈਟਸ ਤਾਂ ਕਰਨੀ ਜ਼ਰੂਰੀ ਹੈ ਹਰੇਕ ਬੰਦੇ ਨੂੰ। ਹਾਂਜੀ, ਆਈਲੈਟਸ ਨਾਲ ਇੱਕ ਮਤਲਬ ਇੰਗਲਿਸ਼ ਦੇ ਨਵੇਂ ਵਰਡਸ ਬੰਦੇ ਨੂੰ ਸਿੱਖਣ ਨੂੰ ਮਿਲਦੇ, ਹਰ ਇੱਕ ਨੂੰ ਆਪਾਂ ਨਵੀਂ ਨੌਲੇਜ ਵੀ ਗੇਨ ਕਰਦੇ ਆ ਐਂਡ ਉਹਦੇ ਵਿੱਚ ਆਪਾਂ ਨੂੰ ਇੰਗਲਿਸ਼ ਇਨਹਾਂਸ ਹੁੰਦੀ ਆ, ਜਿਹੜੀ ਹਰੇਕ ਲਈ ਹੁਣ ਜ਼ਿਆਦਾ ਇੰਪੋਰਟੈਂਟ ਹੈਗੀ ਆ। ਤੇ ਕਿਹੜੇ ਕੰਟਰੀਜ਼ ਤੁਸੀਂ ਸੋਚ ਰਹੇ ਹੋ ਜਾਣ ਦਾ? ਕੈਨੇਡਾ। ਔਰ ਜਿਸ ਤਰੀਕੇ ਦੇ ਨਾਲ ਹੁਣ ਧੀਰੇ ਧੀਰੇ ਜਿਹੜਾ ਹੈਗਾ ਵਾਈਬ੍ਰੇਸ਼ਨ ਪੋਜ਼ਿਟਿਵ ਹੋ ਰਹੀਆਂ, ਤੇ ਲੱਗ ਰਿਹਾ ਵੀ ਪਰਮਾਤਮਾ ਜਿਹੜਾ ਹੈਗਾ ਵੀ ਇਸ ਤਰੀਕੇ ਦੇ ਨਾਲ ਜਿੰਨਾ ਪੜ੍ਹ ਰਹੇ ਹੋ, ਮੰਨਦੇ ਹੋ ਕਿ ਆਹੀ ਜਿਹੜਾ ਸਮਾਂ ਹੈਗਾ, ਜਿਸ ਤਰੀਕੇ ਨਾਲ ਤੁਸੀਂ ਹੁਣ ਮਿਹਨਤ ਆਪਣੀ ਕਰ ਰਹੇ ਹੋ, ਇਹੀ ਮਿਹਨਤ ਨੂੰ ਕੰਟੀਨਿਊਸ ਕਰੋਗੇ ਤਾਂ ਵਧੀਆ ਬੈਂਡਸ ਲਾ ਕੇ ਤੇ ਉਹ ਆ ਗਿਆ ਕੈਨੇਡਾ। ਹਾਂਜੀ, ਇੱਥੇ ਇੰਸਟੀਟਿਊਟ ਬਹੁਤ ਵਧੀਆ ਹੈ, ਟੀਚਰਸ ਬਹੁਤ ਵੈਲ ਟ੍ਰੇਨਡ ਆ, ਸੋ ਬਹੁਤ ਵਧੀਆ ਪੜ੍ਹਾ ਰਹੇ ਆ। ਸੋ ਅਸੀਂ 2 ਮੰਥ ਹੋ ਗਏ, ਸੋ ਪੇਪਰ ਦੇ ਨੀਅਰ ਅਬਾਊਟ ਹੀ ਆ, ਸੋ ਬੈਟਰ ਬੈਂਡਸ ਆਉਣਗੇ। ਸਪੀਕਿੰਗ ਇਜ਼ ਕੰਸਰਨ, ਇਸ ਪਿੰਡੂ ਇਲਾਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਲਕੇ ਪਿੰਡ ਦੇ ਵਿੱਚ ਤੁਸੀਂ ਸਪੀਕਿੰਗ ਨੂੰ ਵੀ ਇੱਕ ਬੜਾ ਈਜ਼ੀ ਜਿਹਾ ਲੋਕ ਬੱਚਿਆਂ ਲਈ ਬਣਾ ਰਹੇ ਹੋ, ਔਰ ਸਪੀਕਿੰਗ ਵੀ ਸਾਡਾ ਵੀ ਜੀ ਕਰਦਾ ਆਉਂਦਾ ਸਪੀਕਿੰਗ ਅਸੀਂ ਵੀ ਸਿੱਖ ਲਈ ਇੱਦਾਂ ਇੰਨੇ ਸਿੰਪਲ ਵੇ ਨਾਲ ਸਿਖਾਉਣੀ। ਕਿਵੇਂ ਮਤਲਬ ਇਹ ਤੁਹਾਡਾ ਮਤਲਬ ਜਿਹੜਾ ਟ੍ਰੈਂਡ ਹੈਗਾ ਸਿਖਾਉਣ ਦਾ ਬੱਚਿਆਂ? Sir, according to me, speaking is not a difficult thing. As मैं इन्होंने हर बार यही कहनी है कि just we have to be comfortable with the person with whom we are speaking, and for me this is very simple. I really try to teach them in a very easy way, as they find very difficult speaking as a very difficult module, but I make them make it very easy for them, as I discuss everything in English in my class, and that is the reason that they find it very easy. ਮੈਡਮ ਜਿੱਦਾਂ ਤੁਸੀਂ ਇਹਨੂੰ ਕ੍ਰਿਕਟ ਦੀ ਕਮੈਂਟਰੀ, ਟ੍ਰਿਬਿਊਨ, ਅਖਬਾਰ, ਹੋਰ ਚੀਜ਼ਾਂ ਜਿਹੜੀਆਂ ਇੰਗਲਿਸ਼ ਦੀਆਂ ਨਿਊਜ਼ ਦੇ ਨਾਲ, ਨੈਟ ਸਾਰਾ ਹੀ ਅੱਜ ਕੱਲ੍ਹ ਉਹਦੇ ਨਾਲ ਹੈਗਾ, ਇੰਗਲਿਸ਼ ਦੇ ਨਾਲ ਹੈ, ਕਿੱਦਾਂ ਤੁਸੀਂ ਇਹਨਾਂ ਨੂੰ ਗਰੂਮਿੰਗ ਕਰਦੇ ਰਹਿੰਦੇ, ਇਹਨਾਂ ਨੂੰ ਕੋਸ਼ਿਸ਼ ਕਰਦੇ ਰਹਿੰਦੇ ਬੱਚਿਆਂ ਨੂੰ ਕਿ ਉਹ ਵੱਧ ਤੋਂ ਵੱਧ ਉਸ ਚੀਜ਼ ਨਾਲ ਮੀਡੀਆ ਨਾਲ ਜੁੜਨ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਵੋਕੈਬਲਰੀ ਹੈ, ਜਿਨ੍ਹਾਂ ਦਾ IQ ਵਧੇ? Sir, almost ਸਾਡੀ ਜਿਹੜੀ ਸਪੀਕਿੰਗ ਦੇ ਟੌਪਿਕਸ ਹੁੰਦੇ ਆ that are in English, but ਮੈਂ ਟਰਾਈ ਕਰਦੀ ਹਾਂ ਕਿ ਸਾਡੇ ਇੱਥੇ ਨਿਊਜ਼ ਪੇਪਰ ਵੀ ਪ੍ਰੋਵਾਈਡ ਕੀਤਾ ਜਾਂਦਾ ਬੱਚਿਆਂ ਨੂੰ, ਮੈਗਜ਼ੀਨਸ ਵੀ, and we all try to improve their English with the help of magazines or also with the help of newspapers. And also I tell them all about the news. If there is a very particular news, I discuss that news in the class, and we debate on that particular news. And this is a very best way, I think, to improve their skill. How are you feeling here? I'm feeling good because it's a really comfortable institute, I thought. Even their teachers are really friendly behaving with students. ਸਰ ਵਧੀਆ ਲੱਗ ਰਿਹਾ ਪੜ੍ਹ ਕੇ, ਕਿਉਂਕਿ ਇੱਥੇ ਦੇ ਟੀਚਰ ਆ ਜੋ ਬਹੁਤ ਵਧੀਆ ਟੀਚ ਕਰਦੇ ਹੈਗੇ ਸਾਨੂੰ, ਅਤੇ ਸਾਨੂੰ ਵਧੀਆ ਲੱਗਦਾ ਇੱਥੇ ਪੜ੍ਹ ਕੇ। ਤੇ ਹੌਲੀ ਹੌਲੀ ਇੰਗਲਿਸ਼ ਦੀ ਨੌਲੇਜ ਜਿਹੜੀ ਆ ਵਧੀ ਜਾਂਦੀ ਆ?
ਔਰ ਉਹੀ ਇੰਗਲਿਸ਼ ਜਿਹੜੀ ਪੁਰਾਣੀ ਇੰਗਲਿਸ਼ ਹੁੰਦੀ ਸੀ ਆਪਣੀ, ਉਹੀ ਆਪਾਂ ਟੈਂਸਿਸ ਜਿਹੜੇ ਕਰਦੇ ਹੁੰਦੇ ਸੀਗੇ, ਇਹ ਲੱਗਦਾ ਵੀ ਇਹ ਆਪਣੀ ਉਹ એનર્ਜੀ ਨੂੰ ਦੁਬਾਰਾ ਤੋਂ ਯਾਦ ਕਰਾ ਦਿੰਦੇ ਆ ਤੇ ਆਪਾਂ ਉਹੀ ਕਰ ਰਹੇ ਹਾਂ ਕੰਮ। ਕਿੱਦਾਂ ਪੜ੍ਹਾਉਂਦੇ ਟੀਚਰਸ? ਵਧੀਆ ਪੜ੍ਹਾਉਂਦੇ ਭਾਈ, ਤੈਨੂੰ ਕਿਵੇਂ ਲੱਗਦਾ ਪੜ੍ਹ ਕੇ? I feel very good in this institute. Okay. From study point of view, from reading point of view, from writing point of view, All modules are good in this institute. ਉਹ ਕੰਮ ਜਿਹਦੇ ਲਈ ਬੱਚਿਆਂ ਨੂੰ ਬਹੁਤ ਦੂਰ ਦੂਰ ਜਾਣਾ ਪੈਂਦਾ, ਜਦੋਂ ਇਸ ਪਿੰਡ ਦੇ ਵਿੱਚ ਹੀ ਆਪਾਂ ਨੂੰ ਮਲਕੇ ਵਿੱਚ ਹੀ ਸੇਵਾ ਮਿਲੀ ਹੈ ਤਾਂ ਕਿੱਦਾਂ ਲੱਗ ਰਿਹਾ? I feel very good because I want to go to Canada for the higher study. I'm feeling very good because I feel very comfortable in reading this institute. And as teachers are very cooperative. Yes, sir. ਬਾਬਾ ਜੀ ਉਹ ਕੰਮ ਜਿਹਦੇ ਲਈ ਆਪਾਂ ਨੂੰ ਸ਼ਹਿਰਾਂ 'ਚ ਜਾਣਾ ਪੈਂਦਾ ਸੀਗਾ, ਚਾਹੇ ਆਪਾਂ ਮੋਗੇ ਦੀ ਗੱਲ ਕਰ ਲਈਏ, ਕੋਟਕਪੂਰੇ ਦੀ ਗੱਲ ਕਰ ਲਈਏ, ਵੱਡੇ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀਗਾ, ਉਹੀ ਸੇਵਾ ਇਸ ਬੱਚੇ ਨੇ ਇਸ ਪਿੰਡ ਦੇ ਵਿੱਚ ਲਿਆ ਕੇ 2014 ਤੋਂ ਸ਼ੁਰੂ ਕੀਤੀ ਆ ਮਲਕੇ ਪਿੰਡ ਦੇ ਵਿੱਚ। ਔਰ ਅਸੀਂ ਦੇਖ ਸਕਦੇ ਕਿ ਪਿੰਡ ਦੇ ਵਿੱਚ ਬਹਿ ਕੇ ਮਾਹੌਲ ਜਿਹੜਾ ਜਿਸ ਤਰੀਕੇ ਨਾਲ ਕੈਮਰੇ ਲੱਗੇ ਨੇ, ਬਹੁਤ ਜ਼ਿਆਦਾ ਸਟ੍ਰਿਕਟ ਹੈਗਾ ਬੰਦਾ ਇਸ ਗੱਲ ਦੇ ਵਿੱਚ ਕਿ ਆਪਣੇ ਮਾਂ-ਬਾਪ ਦਾ ਜਿਹੜਾ ਹੌਸਲਾ ਵਧਿਆ ਰਹੇ। ਕੀ ਕਹਿਣਾ ਚਾਹੋਗੇ? ਐਸਾ ਹਾਂਜੀ, ਅਸੀਂ ਤਾਂ ਬਹੁਤ ਸਾਨੂੰ ਹੌਸਲਾ। ਪਹਿਲੀ ਗੱਲ ਤਾਂ ਸਾਨੂੰ ਜਦੋਂ ਵੀ ਮੌਕੇ ਜਾਵਾਂਗੇ ਸਾਡਾ ਖਰਚਾ, ਫਿਰ ਦਿਹਾੜੀ ਮਰਦੀ ਆ, ਇੱਥੇ ਅਸੀਂ ਰੋਟੀਆਂ ਖਾ ਕੇ ਆ ਜਾਂਦੇ, ਰੋਟੀ ਖਾਣ ਵੇਲੇ ਜਾ ਵੜਦੇ। ਮਤਲਬ ਜਿਹੜੇ ਬੱਚੇ ਪੜ੍ਹਦੇ ਆ ਤੁਹਾਨੂੰ ਮਤਲਬ ਵਧੀਆ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ, ਬਹੁਤ। ਮੈਂ ਆਪ ਛੱਡ ਕੇ ਜਾਂਦਾ ਹਾਂ 2-3 ਮਿੰਟ। ਬਾਈ ਜੀ ਕਿੱਦਾਂ ਮਹਿਸੂਸ ਹੁੰਦਾ? ਬਹੁਤ ਹੀ ਵਧੀਆ ਜੀ, ਜਿੰਨਾ ਵੀ ਕਹਿ ਦਈਏ ਉਨਾ ਹੀ ਚੰਗਾ ਹੈ। ਮਤਲਬ ਤੁਹਾਡੇ ਮਨ ਤੇ ਬੋਝ ਨਹੀਂ ਰਹਿੰਦਾ ਜਿਸ ਤਰੀਕੇ ਨਾਲ ਇਹ ਮੁੰਡਾ ਆਪਦਾ ਘਰ ਦਾ ਹੈਗਾ? ਅਸੀਂ ਆਪ ਬੱਚਿਆਂ ਨੂੰ ਛੱਡ ਕੇ ਜਾਂਦੇ ਹਾਂ, ਆਪ ਹੀ ਲੈ ਕੇ ਜਾਂਦੇ ਹਾਂ। ਇਹਨੂੰ ਸਾਨੂੰ ਤਾਂ ਆਹੀ ਬੜੀ ਵੱਡੀ ਚੀਜ਼ ਹੈ। ਜੇ ਬੱਸਾਂ 'ਚ ਕਰ ਲਾਂਗੇ ਜਾਂ ਕਿਤੇ ਕਰ ਲਾਂਗੇ ਤੇ ਸਾਨੂੰ ਫਿਕਰ ਰਹਿੰਦਾ ਵੀ ਕਦੋਂ ਬੱਚੇ ਆਉਣਗੇ ਜਾਂ ਕੀ ਹੈ। ਬੱਚਾ ਜਿਹੜਾ ਹੈਗਾ ਮਿਹਨਤ ਤੇ ਖਰਾ ਉਤਰਦਾ। ਟੀਚਰਸ ਨੂੰ ਵੀ ਜਿਹੜਾ ਹੈਗਾ ਵਧੀਆ ਲੱਗਦਾ। ਮੈਂ ਮਿਹਨਤ ਕਰਵਾਈ ਸੀ ਉਹਨਾਂ 'ਚੋਂ ਇੱਕ ਹੈ ਜਸਪ੍ਰੀਤ, ਜਿਹਦੇ ਇੱਕ ਰੀਡਿੰਗ 'ਚੋਂ 9 ਬੈਂਡ ਆਏ ਹੈ। ਕਦੋਂ? 24 ਅਕਤੂਬਰ ਨੂੰ ਟੈਸਟ ਹੋਇਆ ਸੀ। ਮਤਲਬ ਹਾਲਾਂਕਿ ਕਰੋਨਾ ਦਾ ਐਪੀਡੈਮਿਕ ਚੱਲਦਾ ਸੀਗਾ, ਮਾਰਚ ਤੋਂ ਇੰਨੀ ਪ੍ਰੋਬਲਮ ਸੀ, ਪਰ ਫਿਰ ਵੀ ਤੁਹਾਡੀ ਜਿਹੜੀ ਤਾਲੀਮ ਸੀਗੀ, ਜਿਹੜੀ ਆਨਲਾਈਨ ਸਟੱਡੀ ਤੁਸੀਂ ਕਰਾਈ ਆ, ਉਹਦੇ ਨਾਲ ਬੱਚੇ ਨੇ 24 ਅਕਤੂਬਰ ਨੂੰ ਵੀ ਇੰਨੇ ਵਧੀਆ ਬੈਂਡ ਸਕੋਰ ਕੀਤਾ। ਬਿਲਕੁਲ। ਸਕੂਲ ਤੋਂ ਵੀ ਜਦੋਂ ਮੈਂ ਸਕੂਲ 'ਚ ਟੀਚ ਕਰਦਾ ਸੀਗਾ ਜੀ, ਇਹ ਉੱਥੇ ਵੀ ਮੇਰੀ ਸਟੂਡੈਂਟ ਸੀਗੀ ਤੇ 9 ਬੈਂਡ ਆਏ, ਦਿਲ ਨੂੰ ਵਧੀਆ ਲੱਗਦਾ। ਔਰ ਸੈਕੰਡਲੀ ਗੱਲ ਇਹ ਹੈ, ਬਿਲੀਵ ਕਰਦੇ ਆ ਕਿ ਪਿੰਡਾਂ ਦੇ ਬੱਚੇ ਆ ਉੱਪਰ ਜਾਂਦੇ ਆ, ਦਿਲ ਨੂੰ ਖੁਸ਼ੀ ਹੁੰਦੀ ਆ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।